ਸਤਿ ਸ਼੍ਰੀ ਅਕਾਲ। ਮੁੱਦਾ ਗਰਮ ਹੈ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨ ਬੇਦੀ ਤੇ ਫਿਰੋਜ਼ਪੁਰ ਦੀ ਜਿਹੜੀ ਰੈਲੀ ਸੀ ਭਾਜਪਾ ਦੀ ਉਹ ਲਗਾਤਾਰ ਚਰਚਾ ਦੇ ਵਿੱਚ ਬਣੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉੱਥੇ ਨਾ ਪਹੁੰਚਣਾ, ਸੁਰੱਖਿਆ ਪ੍ਰਬੰਧਾਂ ਦੇ ਵਿੱਚ ਚੂਕ ਦੀ ਗੱਲ ਜਾਂ ਫਿਰ ਰੈਲੀ ਦੇ ਵਿੱਚ ਲੋਕਾਂ ਦੀ ਘੱਟ ਆਮਦ, ਬਹੁਤ ਤਰ੍ਹਾਂ ਦੇ ਪੱਖ ਨੇ। ਅੱਜ ਕੇਂਦਰੀ ਜਾਂਚ ਏਜੰਸੀਆਂ ਦੀ ਟੀਮ ਵੀ ਪੰਜਾਬ ਦੌਰੇ ਤੇ ਰਹੀ ਹੈ। ਮੌਕੇ ਦਾ ਮੁਆਇਨਾ ਕੀਤਾ ਗਿਆ। ਕਈ ਤਰ੍ਹਾਂ ਦੇ ਕਿਆਸ ਨੇ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਰਾਸ਼ਟਰਪਤੀ ਰਾਜ ਦੀ ਮੰਗ ਕਰ ਦਿੱਤੀ ਜਾਣੀ ਔਰ ਭਾਜਪਾ ਦੇ ਵੱਲੋਂ ਧਰਨੇ ਪ੍ਰਦਰਸ਼ਨ ਵੀ ਹੋ ਰਹੇ ਨੇ। ਇਸੇ ਸਾਰੇ ਪੱਖਾਂ ਦੇ ਉੱਤੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਤਾਰੁਫ ਕਰਾ ਦਿੰਦੇ ਆ। SS ਚੰਨੀ ਨੇ ਸਾਡੇ ਨਾਲ, ਬੁਲਾਰੇ ਨੇ ਪੰਜਾਬ ਭਾਜਪਾ ਦੇ, ਹਰੀਸ਼ ਰਾਏ ਢਾਂਡਾ ਨੇ ਉਮੀਦਵਾਰ ਨੇ ਅਕਾਲੀ ਬਸਪਾ ਦੇ ਔਰ ਨਾਲ ਦੀ ਨਾਲ ਉੱਗੇ ਵਕੀਲ ਨੇ। ਸਾਡੇ ਨਾਲ ਅਰਵਿੰਦਰ ਸਿੰਘ ਭੱਟੀ ਨੇ, ਬੁਲਾਰੇ ਨੇ ਆਮ ਆਦਮੀ ਪਾਰਟੀ ਦੇ, ਤੇ ਗੌਰਵ ਸੰਧੂ ਨੇ, ਬੁਲਾਰੇ ਨੇ ਕਾਂਗਰਸ ਦੇ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਸਭ ਤੋਂ ਪਹਿਲਾਂ ਰਿਐਕਸ਼ਨ ਲੈਂਦੇ ਆ ਚੰਨੀ ਜੀ ਤੋਂ। ਚੰਨੀ ਜੀ, ਭਾਜਪਾ ਦੀ ਰੈਲੀ ਸੀ ਬਹੁਤ ਵੱਡੀ, ਚਲੋ ਇਹ ਤਾਂ ਚੀਜ਼ਾਂ ਬਹੁਤ ਵਾਰ ਡਿਸਕਸ ਪਹਿਲਾਂ ਵੀ ਹੋਈਆਂ, ਪਰ ਜਿਸ ਤਰ੍ਹਾਂ ਦੇ ਨਾਲ ਹੁਣ ਲਗਾਤਾਰ ਇੱਕ ਪ੍ਰੋਪੋਗੰਡਾ ਕਹਿੰਦੇ ਚਲਾ ਰਿਹਾ ਕਾਂਗਰਸ, ਕਹਿੰਦੀ ਬਹੁਤ ਵੱਡੇ ਪੱਧਰ ਦੇ ਉੱਤੇ ਬਦਨਾਮ ਕਰਨ ਦੀ ਪੰਜਾਬ ਨੂੰ, ਪੰਜਾਬੀਅਤ ਨੂੰ, ਜਾਂ ਫਿਰ ਕਹਿ ਲਓ ਕਿ ਇੱਥੋਂ ਦੇ ਪੂਰੇ ਸੁਰੱਖਿਆ ਤੰਤਰ ਨੂੰ ਕੋਸ਼ਿਸ਼ ਹੋ ਰਹੀ ਹੈ। ਤੁਹਾਡਾ ਰਿਐਕਸ਼ਨ ਉਹਦੇ ਬਾਰੇ ਕੀ ਹੈ? देखो गगन गल ये हैगी है, सब तो पहले तो मैं तुहानू सारिਆਂ ਨੂੰ और तुहाडे श्रोतिਆਂ ਨੂੰ सत श्री अकाल जी जी। कहना। अनप्रेसिडेंटेड, अनबिलीवेबल, अनइमेजिनेबल, प्री प्लानड और ड्यूली कंसीव्ड ਜਿਹੜੀ ਪਲਾਨ ਸੀਗੀ ਉਹ ਕਾਂਗਰਸ ਗਵਰਨਮੈਂਟ ਦੀ ਰਹੀ ਔਰ ਉਹ ਇਹਨਾਂ ਦੀ ਆਪਣੀ ਇੰਟੈਲੀਜੈਂਸ ਰਿਪੋਰਟ ਸੀ ਕਿ ਜਿਹੜੀ ਰੈਲੀ ਹੋ ਰਹੀ ਹੈ ਉਹਦੇ 1 ਲੱਖ ਬੰਦੇ ਦਾ ਕਰਾਊਡ ਜਿਹੜਾ ਹੈਗਾ ਉਹ ਪਹੁੰਚ ਰਿਹਾ ਹੈ। 3484 ਬੱਸਾਂ ਅਸੀਂ ਡਿਪਲਾਈ ਕੀਤੀਆਂ ਸੀਗੀਆਂ ਔਰ 2 ਵਜੇ ਰਾਤ ਇਹ ਫੈਸਲਾ ਹੋ ਗਿਆ ਸੀ ਕਿ ਕੋਈ ਵੀ ਬੱਸ ਕਿਤੇ ਨਹੀਂ ਰੁਕੀ ਜਾਏਗੀ ਔਰ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਅੜਚਨ ਨਹੀਂ ਆਏਗੀ। ਪਰ 32 ਥਾਵਾਂ ਤੇ ਬੱਸਾਂ ਰੁਕੀਆਂ ਨਹੀਂ ਗਈਆਂ, ਸ਼ੀਸ਼ੇ ਭੰਨੇ ਗਏ, ਬੰਦਿਆਂ ਦੇ ਹੈਡ ਇੰਜਰੀਜ਼ ਹੋਈਆਂ, 100 ਤੋਂ ਉੱਪਰ ਵਰਕਰਸ ਜਿਹੜੇ ਸੀਗੇ ਇੰਜਰਡ ਹੋਏ ਔਰ ਉਹ ਵੀ ਗਵਰਨਮੈਂਟ ਦੀ ਇੰਸ਼ੋਰੈਂਸ ਤੋਂ ਬਾਅਦ। ਚਲੋ ਰੈਲੀ ਸਾਡੀ ਕੀ ਹੁੰਦੀ ਨਾ ਹੁੰਦੀ ਉਹ ਸੈਪਰੇਟ ਮੈਟਰ ਹੈ, ਪਰ ਇੱਕ ਪ੍ਰੋਟੋਕੋਲ ਹੈਗਾ ਜਿਹੜਾ ਕਿ ਨਾ ਤਾਂ ਉਹ ਨਰਿੰਦਰ ਮੋਦੀ ਜੀ ਦਾ ਸੀ, ਨਾ ਉਹ BJP ਦਾ ਸੀਗਾ। ਉਹ ਸਾਡੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੁਤਬੇ ਦੀ ਗੱਲ ਸੀ ਔਰ ਉਹਦੇ ਵਾਸਤੇ ਜਿਹੜਾ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਐਕਟ ਬਣਿਆ ਹੈਗਾ ਔਰ ਬਲੂ ਬੁੱਕ ਹੈਗੀ ਆ, ਉਹਦੇ ਮੁਤਾਬਕ ਜਿਹੜਾ ਪੈਸੇਜ ਹੈਗਾ ਉਹਨੂੰ ਕਲੀਅਰ ਪੈਸੇਜ ਦੇਣਾ ਚਾਹੀਦਾ ਸੀਗਾ ਔਰ ਉਹਦੀ ਡਰਿਲ ਵੀ 4 ਤਰੀਕ ਨੂੰ ਹੋ ਗਈ ਸੀ ਵੀ ਆਹ ਰੂਟ ਤੇ ਜਾਣਗੇ ਇਨ ਕੇਸ ਵੈਦਰ ਨਹੀਂ ਪਰਮਿਟ ਕਰੇਗਾ। ਔਰ ਵੈਦਰ ਬਾਰੇ ਵੀ ਰਿਪੋਰਟਾਂ ਸਾਰਿਆਂ ਨੂੰ ਪਤਾ ਸੀਗੀਆਂ ਕਿ ਵੈਦਰ ਨਹੀਂ ਠੀਕ ਹੈਗਾ ਔਰ ਉਹਦੇ ਕਰਕੇ ਹੋ ਸਕਦਾ ਸੀਗਾ ਪੋਸਿਬਿਲਿਟੀ ਕਿ ਰੋਡ ਨੂੰ ਲੈਣਾ, ਪਰ ਇਹਨਾਂ ਸ਼ਰਾਰਤ ਦੇ ਕਰਕੇ ਹੁਣ ਤਾਂ ਖੈਰ ਉਹ ਕਿਸਾਨ ਜਥੇਬੰਦੀਆਂ ਨੇ ਵੀ ਮੰਨ ਲਿਆ ਔਰ ਜਿਹੜਾ ਸਰਜੀਤ ਸਿੰਘ ਹੈ ਉਹਨੂੰ 2014 ਵਿੱਚ UK ਦੀ ਗਵਰਨਮੈਂਟ ਨੇ ਉਹ ਇੱਕ ਬੈਂਡ ਆਰਗੇਨਾਈਜੇਸ਼ਨ ਦੇ ਨਾਲ ਲਿੰਕ ਹੋਣ ਕਰਕੇ ਮਾਰਚ ਦੇ ਨਾਲ ਉਹ ਬਲੈਕਲਿਸਟ ਕੀਤਾ ਸੀ ਔਰ 2009 ਦੇ ਵਿੱਚ ਵੀ ਉਹ ਹੀ ਵਾਸ ਬਿਹਾਈਂਡ ਦੀ behind the bar kind। तो ਇਹ ਸਾਰਾ ਇੱਕ ਪ੍ਰੀ ਪਲਾਨ ਸੀਗਾ। ਇਹਨਾਂ ਨੂੰ 2 ਚੀਜ਼ਾਂ ਦਾ ਖਦਸ਼ਾ ਸੀਗਾ ਕਿ ਜੇ ਰੈਲੀ ਸਕਸੈਸਫੁਲ ਹੋਗੀ ਤਾਂ ਸਾਡਾ ਕੀ ਹੋਊਗਾ ਔਰ ਇਹ ਜਿਹੜੀ ਚਾਲ ਇਹਨਾਂ ਨੇ ਚੱਲੀ ਹੈਗੀ ਆ ਉਹ ਪਰ ਚੰਨੀ ਜੀ, ਕਾਂਗਰਸ ਵਾਲੇ ਇਹੀ ਚੀਜ਼ ਕਹਿ ਰਹੇ ਨੇ ਜਾਂ ਹੋਰ ਵੀ ਸਾਰੀਆਂ ਪਾਰਟੀਆਂ ਵਾਲੇ ਇਹੀ ਕਹਿ ਰਹੇ ਨੇ, ਕਹਿੰਦੇ ਕਿ ਰੈਲੀ ਸਕਸੈਸਫੁਲ ਹੈ ਹੀ ਨਹੀਂ ਸੀ, ਤਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਗਏ ਨਹੀਂ। ਇਹਨੂੰ ਤਾਂ ਕਹਿੰਦੇ ਇਸ਼ੂ ਬਣਾਤਾ ਬਹੁਤ ਵੱਡਾ। ਚਲੋ ਆਪਾਂ ਇਹਦੇ ਬਾਰੇ ਕਰਾਂਗੇ ਬਾਅਦ ਚੋਂ ਗੱਲ। ਮੈਂ ਤੁਹਾਡੇ ਕੋਲ ਆਉਂਦਾ ਢਾਂਡਾ ਜੀ ਦਾ। ਹਾਂਜੀ ਹਾਂਜੀ ਕਰੋ ਕਰ ਲਓ। ਇਹ ਤਾਂ ਇਹਨੂੰ 200% ਇਨਸ਼ੋਰ ਕਰਨਾ ਚਾਹੀਦਾ ਸੀਗਾ ਕਿ ਪ੍ਰਧਾਨ ਮੰਤਰੀ ਉੱਥੇ ਜਾਂਦੇ ਔਰ BJP ਐਕਸਪੋਜ਼ ਹੁੰਦੀ, ਪ੍ਰਧਾਨ ਮੰਤਰੀ ਜੀ ਐਕਸਪੋਜ਼ ਹੁੰਦੇ, ਫਿਰ ਇਹਨਾਂ ਨੂੰ ਉਹਨਾਂ ਨੂੰ ਧੱਕੇ ਨਾਲ ਲੈਣਾ ਚਾਹੀਦਾ ਸੀਗਾ ਕਿ ਦੇਖੋ ਜਾ ਕੇ ਤੁਹਾਡੇ ਕੱਟ ਨਹੀਂ ਹੈਗਾ ਔਰ ਇਹਨਾਂ ਨੇ ਰਸਤੇ 'ਚ ਕਿਉਂ ਰੁਕਿਆ, ਕਿਉਂ ਇੰਨੀ ਉਹਨਾਂ ਨੂੰ ਇਹ ਮਤਲਬ। ਤੁਸੀਂ ਵੈਸੇ ਚੰਨੀ ਜੀ ਤੁਸੀਂ ਸੀਗੇ ਉਸ ਦਿਨ ਉੱਥੇ, ਤੁਸੀਂ ਗਏ ਸੀ? ਤੁਸੀਂ ਗਏ ਸੀ ਵੈਸੇ? ਮੈਂ ਗਿਆ ਸੀ। ਠੀਕ ਹੈ, ਤਾਂ ਤੁਹਾਨੂੰ ਤਾਂ ਨਹੀਂ ਰੋਕਿਆ ਕਿਸੇ ਨੇ ਰਸਤੇ 'ਚ? ਕਹਿੰਦੇ ਰਸਤੇ 'ਚ ਵਰਕਰ ਬਹੁਤ ਰੋਕ ਲਏ ਸੀਗੇ। ਸਾਰੀਆਂ ਬੱਸਾਂ ਰੋਕੀਆਂ ਨੇ, ਜਿਹੜੀਆਂ ਕਾਰਾਂ ਥੋੜਾ ਰੋਕਦੇ ਸੀਗੇ, ਕਾਰਾਂ ਸਾਰੀਆਂ ਕੀਆਂ ਨੇ। ਚਲੋ ਠੀਕ ਹੈ, ਢਾਂਡਾ ਜੀ ਤੋਂ ਲੈਣੇ ਆ ਇੱਕ ਰਿਐਕਸ਼ਨ। ਢਾਂਡਾ ਜੀ, ਤੁਸੀਂ ਕਾਨੂੰਨੀ ਜਾਣਕਾਰ ਵੀ ਬਹੁਤ ਹੋ, ਕਾਨੂੰਨ ਦੇ ਦਾਅ ਪੇਚ ਵੀ ਸਮਝਦੇ ਹੋ, ਇਸ ਪੂਰੀ ਘਟਨਾਕ੍ਰਮ ਨੂੰ ਦੇਖਦੇ ਕਿੱਦਾਂ ਹੋ? ਔਰ ਕੈਪਟਨ ਅਮਰਿੰਦਰ ਸਿੰਘ ਬਾਰ-ਬਾਰ ਰਾਸ਼ਟਰਪਤੀ ਰਾਜ ਦੀ ਮੰਗ ਕਰ ਰਹੇ ਨੇ। ਅੱਜ ਮੋਗੇ ਦੇ ਵਿੱਚ 2 ਹੈਂਡ ਗ੍ਰਨੇਡ ਵੀ ਬਰਾਮਦ ਹੋਏ ਨੇ। ਬੜੇ ਤਰ੍ਹਾਂ ਦੀਆਂ ਚੀਜ਼ਾਂ ਜੁੜਦੀਆਂ ਜਾ ਰਹੀਆਂ ਨੇ।
ਕਿਉਂਕਿ ਜੀ ਦੇਖੋ ਇੱਕ ਚੀਜ਼ ਤਾਂ ਬੜੀ ਸਾਫ਼ ਹੈ, ਸੀਰੀਅਸ ਲੈਪਸ ਹੈ। ਹੂੰ। ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੇ ਵਿੱਚ ਇਸ ਕਿਸਮ ਦਾ ਲੈਪਸ ਹੋਵੇ ਕਿ ਪ੍ਰਾਈਮ ਮਿਨਿਸਟਰ 20 ਮਿੰਟ ਇੱਕ ਸਟੇਸ਼ਨਰੀ ਜਗ੍ਹਾ ਤੇ ਸਟ੍ਰੈਂਡਡ ਰਵੇ, ਹੂੰ। ਉਹ ਜਗ੍ਹਾ ਵੀ ਐਸੀ ਹੋਵੇ, ਪੁਲ ਹੋਵੇ ਜਿਹਦੇ ਚ ਨਿਕਾਸੀ ਨਾ ਹੋਵੇ, ਮੈਂ ਸਮਝਦਾ ਬਹੁਤ ਸੀਰੀਅਸ ਲੈਪਸ ਹੈ, ਇਹਦੇ ਚ ਤਾਂ ਕੋਈ ਡਾਊਟ ਨਹੀਂ ਹੈ। ਹੂੰ। ਹੂੰ। ਪਰ ਇਸ ਲੈਪਸ ਨੂੰ ਲੈ ਕੇ ਤੁਸੀਂ ਪ੍ਰੈਜ਼ੀਡੈਂਟ ਰੂਲ ਲਗਾਓ, ਇਹ ਬੜੀ ਅਨਰੀਜ਼ਨੇਬਲ ਗੱਲ ਹੋਊਗੀ। ਹੂੰ। ਇਹ ਵੀ ਮੇਡ ਆਊਟ ਨਹੀਂ ਹੁੰਦੀ। ਕਨਸਟੀਟਿਊਸ਼ਨਲ ਕ੍ਰਾਈਸਿਸ ਐਡੀਆਂ ਵੱਡੀਆਂ ਨਹੀਂ ਹੈ। ਹੂੰ। ਇਹਦੀ ਇਨਕੁਆਇਰੀ ਹੋਊਗੀ, ਇਨਕੁਆਇਰੀ ਦੇ ਵਿੱਚ ਜਿਹੜੇ ਅਫਸਰਸ ਦੀ ਗਲਤੀ ਹੋਊ, ਕਿਸੇ ਦੀ ਹੋਊਗੀ, ਉਹਦੇ ਤੇ ਜੋ ਐਕਸ਼ਨ ਹੂੰ। ਲਾਅ ਕਹਿੰਦਾ ਹੈ ਹੂੰ। ਉਹ ਹੋਊਗਾ। ਸਪੈਸ਼ਲ ਪ੍ਰੋਟੈਕਸ਼ਨ ਐਕਟ ਦੀ ਜਿਹੜੀ ਚੰਨੀ ਜੀ ਨੇ ਗੱਲ ਕੀਤੀ ਹੈ, ਬਿਲਕੁਲ ਦਰੁਸਤ ਹੈ। ਹੂੰ। ਮੈਡਮ ਇੰਦਰਾ ਗਾਂਧੀ ਜੀ ਦੀ ਅਸੈਸੀਨੇਸ਼ਨ ਦੇ ਬਾਅਦ ਇੱਕ ਬਲੂ ਬੁੱਕ ਵੀ ਬਣੀ ਹੋਈ ਹੈ, ਜਿਹੜੀ ਐਵਰੀ ਈਅਰ ਰਿਵਿਊ ਹੁੰਦੀ ਹੈ, ਜਿਹਨੂੰ ਮਲਟੀਪਲ ਸਰਵਿਸਿਜ਼ ਹੈ ਜਿਹੜੀਆਂ ਕੋਆਰਡੀਨੇਟ ਕਰਦੀਆਂ, ਹੂੰ। ਡਿਫੈਂਸ ਆਪਣੀਆਂ ਜਿਹੜੀਆਂ ਹੈਗੀਆਂ, ਹੂੰ। ਤੇ ਉਹਦੇ ਵਿੱਚ ਕਲੀਅਰ ਲਿਖਿਆ ਹੋਇਆ ਹੈ ਕਿ ਕਿਸ ਤਰ੍ਹਾਂ ਕਰਨਾ ਹੈ, ਸੈਨੀਟਾਈਜ਼ ਕਿਸ ਤਰ੍ਹਾਂ ਕਰਨਾ ਹੈ, ਇਨਸ਼ੋਰ ਕਿਵੇਂ ਕਰਨਾ ਹੈ ਏਰੀਆਸ ਨੂੰ, ਕਿਸ ਤਰ੍ਹਾਂ ਡੁਪਲੀਕੇਟ ਰੂਟਸ ਲਗਾਣੇ ਹੈ, ਹੂੰ। ਡੁਪਲੀਕੇਟ ਮਤਲਬ 3 ਰੂਟਸ ਲਗਾਣੇ ਹੈ, ਆਲਟਰਨੇਟ ਰੂਟਸ ਲਗਾਣੇ ਹੈ। ਸੋ ਇਹਦੇ ਚ ਲੈਪਸ ਤਾਂ ਹੋਈ, ਹੂੰ। ਪਰ ਲੈਪਸ ਨੂੰ ਜਿਸ ਢੰਗ ਦੇ ਨਾਲ ਕਾਂਗਰਸ ਗਵਰਨਮੈਂਟ ਡਿਨਾਈ ਕਰਕੇ ਕਾਊਂਟਰ ਅਟੈਕ ਕਰਦੀ ਹੈ, ਉਹ ਵੀ ਗਲਤ ਗੱਲ ਹੈ, ਨਹੀਂ ਕਰਨਾ ਚਾਹੀਦਾ। ਲੈਪਸ ਮੰਨਣੀ ਚਾਹੀਦੀ ਹੈ, ਹੋਊਗੀ, ਗਲਤੀਆਂ ਤਾਂ ਇਨਸਾਨਾਂ ਤੋਂ ਹੀ ਹੁੰਦੀਆਂ। ਹੂੰ। ਐਂਡ ਉਹਦੇ ਬਾਅਦ ਨੈਕਸਟ ਚੀਜ਼ ਜਿਹੜਾ ਮੋਦੀ ਸਾਹਿਬ ਜਿਹੜਾ ਕਮੈਂਟ ਕਰਕੇ ਗਏ ਆ, ਉਹ ਨਹੀਂ ਹੋਣਾ ਚਾਹੀਦਾ ਸੀ। ਲੱਗਦਾ ਦੇਖੋ ਪੰਜਾਬ ਕਿ ਦੇ ਉਸ ਤਰ੍ਹਾਂ ਦੇ ਕਮੈਂਟ ਪੰਜਾਬੀਅਤ ਨੂੰ, ਪੰਜਾਬ ਨੂੰ ਬਦਨਾਮ ਕਰਦੇ ਨੇ। ਦੇਖੋ ਬਦਨਾਮ ਤਾਂ ਗਵਰਨਮੈਂਟ ਨੇ ਕੀਤਾ, ਹੂੰ। ਗਵਰਨਮੈਂਟ ਦੀ ਨਲਾਇਕੀ ਹੈ। ਸਾਡੇ ਡੀਜੀਪੀ ਸਾਹਿਬ ਦੀ ਵੀ ਹੂੰ। ਕਿਤੇ ਨਾ ਕਿਤੇ ਸਵਾਲ ਉਹਨਾਂ ਤੇ ਉੱਠਣਗੇ, ਕਿਉਂਕਿ ਉਹ ਹੈਲਮ ਆਫ ਅਫੇਅਰਸ ਦੇ ਉੱਤੇ ਬੈਠੇ ਆ। ਹੂੰ। ਇਹ ਬਦਨਾਮੀ ਤਾਂ ਸਰਕਾਰ ਦੀ ਹੈ, ਹੂੰ। ਹੂੰ। ਪੰਜਾਬੀਅਤ ਦੀ ਕੋਈ ਬਦਨਾਮੀ ਨਹੀਂ। ਹੂੰ। ਪਰ ਜਿਹੜੀ ਰੰਗਤ ਦਿੱਤੀ ਜਾ ਰਹੀ ਹੈ, ਜਿਹੜੀਆਂ ਟਵੀਟਸ ਕੀਤੀਆਂ ਜਾ ਰਹੀਆਂ ਹੈ, ਬੀਜੇਪੀ ਦੇ ਲੀਡਰਸ ਕੁਝ ਟਵੀਟਸ ਕਰ ਰਹੇ ਹੈ, ਇਹ ਪੰਜਾਬ ਦਾ ਮਾਹੌਲ ਵਿਗਾੜਨ ਵੱਲ ਜਾ ਰਿਹਾ ਹੈ। ਸਾਡਾ ਤਾਂ ਅਸੀਂ ਤਾਂ ਡਰੇ ਬੈਠੇ ਆ ਕਿ ਕਿਹੜੇ ਪਾਸੇ ਸਾਨੂੰ ਲਿਜਾਣਾ ਚਾਹ ਰਹੇ ਹੈ। ਇਹ ਅਵੋਇਡ ਹੋਣਾ ਚਾਹੀਦਾ ਹੈ। ਅਸੀਂ ਨਹੀਂ ਚਾਹੁੰਦੇ ਕਿ ਸਾਡੀ ਅਮਨ ਤੇ ਸ਼ਾਂਤੀ ਨੂੰ ਕੋਈ ਬੰਦਾ ਅਟੈਕ ਕਰੇ ਜਾਂ ਉਹਨੂੰ ਖਤਰੇ 'ਚ ਪਾਵੇ। ਇਹਦੇ ਲਈ ਸੀਰੀਅਸਨੈਸ ਲੀਡਰਸ ਨੂੰ ਦਿਖਾਣੀ ਚਾਹੀਦੀ ਹੈ, ਬੀਜੇਪੀ ਵਾਲਿਆਂ ਨੂੰ ਵੀ, ਕਾਂਗਰਸ ਵਾਲਿਆਂ ਨੂੰ ਵੀ। ਇਸ ਇਸ਼ੂ ਨੂੰ ਅਲੱਗ ਕਰਕੇ ਦੇਖਣਾ ਚਾਹੀਦਾ ਹੈ, ਇੱਕ ਲੈਪਸ ਦੇ ਤੌਰ ਤੇ। ਇੱਕ ਹੁਣ ਜੇ ਕੋਈ ਕਵੇ ਕਿ ਪਲਾਨਡ ਕਰਤਾ ਕਾਂਗਰਸ ਨੇ ਜਾਂ ਕਿਸੇ ਚੀਫ ਮਿਨਿਸਟਰ ਨੇ ਕਰਤਾ, ਅਸੀਂ ਤਾਂ ਐਟਲੀਸਟ ਨਹੀਂ ਕਹਿ ਸਕਦੇ ਜਦ ਤੱਕ ਕੋਈ ਸਬੂਤ ਸਾਹਮਣੇ ਨਾ ਆਵੇ। ਇਸ ਕਿਸਮ ਦੀ ਐਲੀਗੇਸ਼ਨ ਵੀ ਅਵੋਇਡ ਕਰਨੀਆਂ ਚਾਹੀਦੀਆਂ ਸਾਰਿਆਂ ਨੂੰ। ਠੀਕ ਹੈ। ਗੌਰਵ ਨੇ ਸਾਡੇ ਨਾਲ, ਗੌਰਵ ਸੰਧੂ ਨੇ ਕਾਂਗਰਸ ਤੋਂ। ਗੌਰਵ, ਜਿਸ ਤਰ੍ਹਾਂ ਦੇ ਨਾਲ ਚੀਜ਼ਾਂ ਹੋਈਆਂ ਨੇ, ਤੁਸੀਂ ਵੀ ਵਾਕਫ ਹੋ, ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੀ ਬਿਆਨ ਤੁਸੀਂ ਸਾਹਮਣੇ ਤੁਹਾਡੇ ਆਏ ਨੇ। ਅੱਜ ਰਾਜਪੁਰਾ ਦੇ ਵਿੱਚ ਬਹੁਤ ਵਿਰੋਧ ਹੋਇਆ ਚਰਨਜੀਤ ਸਿੰਘ ਚੰਨੀ ਹੋਰਾਂ ਦਾ, ਔਰ ਤੁਹਾਡੇ ਆਪਣੇ ਆਗੂਆਂ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ। ਮਨੀਸ਼ ਤਿਵਾੜੀ ਨੇ ਕਿਹਾ ਕਿ ਇਹ ਬਹੁਤ ਵੱਡਾ ਫੇਲੀਅਰ ਆ, ਕਹਿੰਦੇ ਕਿ ਫਾਇਰਿੰਗ ਰੇਂਜ ਦੇ ਵਿੱਚ ਸੀਗੇ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਦੇਖੋ ਆਪਣਾ ਬੇਦੀ ਸਾਹਿਬ, ਚੰਨੀ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਪੰਜਾਬ ਦੇ ਵਸਿੰਦੇ ਹੋ, ਪੰਜਾਬ ਦੇ ਵਿੱਚ ਰਹਿੰਦੇ ਹੋ, ਪੰਜਾਬ ਭਾਰਤ ਦਾ ਹਿੱਸਾ ਹੈਗਾ ਜਾਂ ਨਹੀਂ ਹੈਗਾ? ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਗੱਲ ਦੱਸੋ। ਦੂਜੀ ਗੱਲ, ਆਪਣੇ ਲੋਕਾਂ ਤੋਂ ਪ੍ਰਾਈਮ ਮਿਨਿਸਟਰ ਨੂੰ ਕਿਸ ਚੀਜ਼ ਦਾ ਡਰ ਜਿਹੜਾ ਜਾਂਦੇ ਜਾਂਦੇ ਇੱਕ ਇਹ ਮਿਹਣਾ ਮਾਰ ਕੇ, ਮਤਲਬ ਇਹ ਪੰਜਾਬੀਆਂ ਨੂੰ ਆਪਣੇ ਤੋਂ ਵੱਖ ਸਮਝਦੇ ਨੇ ਜਾਂ ਪੰਜਾਬੀਆਂ ਨੂੰ ਬਦਨਾਮ ਕਰਕੇ ਦੇਸ਼ ਦੀ ਰਾਜਨੀਤੀ ਚਮਕਾਉਣਾ ਚਾਹੁੰਦੇ ਨੇ, ਹੋਰ ਸੂਬਿਆਂ ਦੇ ਵਿੱਚ ਇਲੈਕਸ਼ਨਾਂ ਜਿੱਤਣੀਆਂ ਚਾਹੁੰਦੇ ਨੇ? ਪੰਜਾਬ ਜਿਹੜਾ ਇੱਕ ਅਮਨ ਪਸੰਦ ਸੂਬਾ ਹੈ, ਹਰ ਵੇਲੇ ਇਹਦੇ ਵਿੱਚ ਕੁਛ ਨਾ ਕੁਛ ਭਾਂਬੜ ਮਾਲ ਮਚਾਉਣ ਦੀ ਕੋਸ਼ਿਸ਼ ਕਰਦੀ ਹੈ ਬੀਜੇਪੀ, ਆਰਐਸਐਸ। ਸੋ ਇਹ ਵੀ ਇੱਕ ਸੋਚੀ ਸਾਜ਼ਿਸ਼ ਸੀ। M17 ਜਿਹੜਾ MI-17 ਹੈਲੀਕਾਪਟਰ ਹੈ, ਆਲ ਵੈਦਰ ਉੱਡਣ ਵਾਲਾ ਹੈਲੀਕਾਪਟਰ ਹੈ ਉਹ, ਜਿਹਦੇ ਵਿੱਚ ਆਪਣੇ ਜਿਹੜੇ ਚੀਫ ਸੀਗੇ ਪਿੱਛੇ ਜਿਹੜਾ ਕ੍ਰੈਸ਼ ਹੋਇਆ ਹੈ। ਸੋ ਮੋਦੀ ਜੀ ਇੱਕੋ ਗੱਲ ਤੋਂ ਡਰ ਗਏ, ਨਹੀਂ ਤਾਂ ਹੈਲੀਕਾਪਟਰ 'ਚ ਹੀ ਜਾਂਦੇ ਵੀ ਉਹ MI-17 ਹੈਲੀਕਾਪਟਰ ਹੈ। ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਇੰਨਾ ਡਰਪੋਕ ਹੋਏ, ਆਲ ਵੈਦਰ ਉੱਡਣ ਵਾਲਾ ਹੈਲੀਕਾਪਟਰ, ਉਹਦੇ ਇਸ ਕਰਕੇ ਡਰ ਜਾਣਾ ਵੀ ਉਹ MI-17 ਗੌਰਵ, ਉਹ ਗੱਲਾਂ ਚਲੋ ਵੱਖ ਨੇ, ਆਪਾਂ ਉਸ ਪਾਸੇ ਨਹੀਂ ਪੈਂਦੇ। ਪਰ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਫਲਾਈਓਵਰ ਤੇ ਰਾਹ ਰੋਕਿਆ ਗਿਆ, ਉਹ ਨਲਾਇਕੀ ਸੀ ਪ੍ਰਬੰਧਨ ਦੀ? ਇੱਕ ਮਿੰਟ, ਉਹਦੇ ਵਿੱਚ ਦੱਸਦਾ, ਆਲ ਆਫ ਸਡਨ ਬਦਲਦੇ ਹੈ। ਉਸ ਤੋਂ ਬਾਅਦ 48 ਘੰਟੇ ਪਹਿਲਾਂ ਇਹਨਾਂ ਦੀ ਜਿਹੜੀ SPGIB ਹੈ, ਉਹ ਸਿਕਿਉਰਿਟੀ ਆਪਣੇ ਹੱਥ 'ਚ ਲੈ ਲੈਂਦੀ ਹੈ। ਪੰਜਾਬ ਦੀ ਜਿਹੜੀ ਪੁਲਿਸ ਹੈ, ਉਹਨੂੰ ਵੀ ਉਹਨਾਂ ਦੇ ਅਕੋਰਡਿੰਗ ਚੱਲਣਾ ਪੈਂਦਾ। ਸੋ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਸੀ ਵੀ ਰਸਤੇ 'ਚ ਕਲੀਅਰੈਂਸ ਹੈ ਜਾਂ ਨਹੀਂ, ਜਿਹੜੇ ਰੂਟ ਤੋਂ ਉਹਨਾਂ ਨੇ ਲੈ ਕੇ ਜਾਣਾ ਹੈ। ਸੋ ਇਹ ਫੇਲੀਅਰ ਸੈਂਟਰ ਹੈ ਜਿਹੜਾ ਕਿ ਪੰਜਾਬ ਸਿਰ ਮੜਿਆ ਜਾ ਰਿਹਾ। ਪਹਿਲੀ ਗੱਲ। ਦੂਜੀ ਗੱਲ, ਪ੍ਰਧਾਨ ਮੰਤਰੀ ਮੋਦੀ ਦਿੱਲੀ ਦੇ ਵਿੱਚ ਇੱਕ ਟ੍ਰੈਫਿਕ ਲਾਈਟਾਂ ਦੇ ਉੱਤੇ ਜਾਮ ਹੋ ਜਾਂਦੇ ਨੇ, ਘੱਟੋ ਘੱਟ 1000 ਗੱਡੀ ਉਹਨਾਂ ਦੇ ਆਲੇ ਦੁਆਲੇ ਹੁੰਦੀ ਹੈ, ਤੇ ਉਹ ਲਾਈਟ ਉੱਤੇ ਉਹਨਾਂ ਜਾਮ ਦੇ ਵਿੱਚ ਫਸ ਜਾਂਦੇ ਨੇ। ਉੱਥੇ ਕੀ ਕਿਹਾ ਜਾਂਦਾ? ਇਹ ਦੇਖੋ ਜੀ, ਕਿੰਨੇ ਸਿੰਪਲ ਤੇ ਕਿੰਨੇ ਹੀ ਸਾਡੇ ਪ੍ਰਧਾਨ ਮੰਤਰੀ ਨੇ ਰੈੱਡ ਲਾਈਟ ਦੀ ਵੇਟ ਕਰ ਰਹੇ ਨੇ। ਸਿਕਿਉਰਿਟੀ ਦਾ ਖਤਰਾ ਨਹੀਂ, ਜਾਂ ਦਿੱਲੀ ਹੈ ਉਹਦੇ
ਇਹੋ ਜਿਹੇ ਡਰਾਮੇ ਹੋ ਰਹੇ ਨੇ ਪੰਜਾਬ ਨੂੰ ਬਦਨਾਮ ਕਰ ਚਲੋ ਠੀਕ ਹੈ ਸਾਡੇ ਨਾਲ ਆਮ ਆਦਮੀ ਇਹਨਾਂ ਦੀ ਚਲੋ ਠੀਕ ਇਹਨਾਂ ਹੈ ਦੀ ਰੈਲੀ ਗੌਰਵ ਮੈਂ ਤੁਹਾਡੇ ਕੋਲ ਆਉਣਾ ਗੌਰਵ ਮੈਂ ਤੁਹਾਡੇ ਕੋਲ ਵਾਪਸ ਆਉਣਾ ਗੌਰਵ ਅਰਵਿੰਦਰ ਸਿੰਘ ਭੱਟੀ ਨੇ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ। ਅਰਵਿੰਦਰ ਜੀ ਤੁਸੀਂ ਮੀਡੀਆ ਨੂੰ ਵੀ ਵਧੀਆ ਤਰੀਕੇ ਸਮਝਦੇ ਹੋ, ਜਿਸ ਤਰ੍ਹਾਂ ਦੀਆਂ ਚੀਜ਼ਾਂ ਉਸ ਤੋਂ ਬਾਅਦ ਚੱਲੀਆਂ, ਜਿਹੜੀ ਫਿਰੋਜ਼ਪੁਰ ਦੇ ਵਿੱਚ ਪ੍ਰਧਾਨ ਮੰਤਰੀ ਦੀ ਫੇਰੀ ਸੀ, ਪਹਿਲਾਂ ਤਾਂ ਇਹਦੇ ਉੱਤੇ ਤੁਹਾਡਾ ਰਿਐਕਸ਼ਨ ਲਵਾਂਗੇ ਕਿ ਚੱਲ ਕੀ ਰਿਹਾ, ਕਿਵੇਂ ਤੁਸੀਂ ਕਿਵੇਂ ਦੇਖਦੇ ਹੋ, ਇੱਕ ਰਾਜਨੀਤਿਕ ਆਗੂ ਦੀ ਨਿਗਾਹ ਦੇ ਨਾਲ ਵੀ ਔਰ ਇੱਕ ਪੱਤਰਕਾਰਤਾ ਦੀ ਨਿਗਾਹ ਦੇ ਨਾਲ ਵੀ। ਬੇਦੀ ਜੀ, ਆਮ ਇਹ ਕਿਹਾ ਜਾ ਰਿਹਾ ਇਸ ਵੇਲੇ ਕਿ ਇਹ ਲੈਪ ਸੀ, ਸਿਕਿਉਰਿਟੀ ਲੈਪ ਸੀ। ਕੋਈ ਪੰਜਾਬ ਸਰਕਾਰ ਨੂੰ ਇਹਦਾ ਜ਼ਿੰਮੇਵਾਰ ਸਮਝਦਾ ਤੇ ਕੋਈ ਕੇਂਦਰ ਸਰਕਾਰ ਨੂੰ ਸਮਝਦਾ, ਹਾਲਾਂਕਿ ਦੋਵੇਂ ਹੀ ਜ਼ਿੰਮੇਵਾਰ ਨੇ। ਪਰ ਸਭ ਤੋਂ ਵੱਡਾ ਲੈਪਸ ਇਹ ਹੈ, ਮੈਂ ਇਹ ਸਮਝਦਾ ਕਿ ਜਦੋਂ ਪ੍ਰਧਾਨ ਮੰਤਰੀ ਸਾਹਿਬ ਦਿੱਲੀ ਤੋਂ ਉੱਡ ਕੇ ਬਠਿੰਡਾ ਆ ਗਏ, ਉੱਥੇ ਆ ਕੇ ਉਹਨਾਂ ਨੇ ਹੈਲੀਕਾਪਟਰ 'ਚ ਸਵਾਰ ਹੋਣਾ ਸੀ। ਉੱਥੇ ਇਹ ਕਿਹਾ ਗਿਆ ਕਿ ਮੌਸਮ ਖਰਾਬ ਹੈ। ਮੌਸਮ ਖਰਾਬ ਹੋਣ ਦੇ ਬਾਵਜੂਦ ਉਹਨਾਂ ਨੂੰ 2 ਘੰਟੇ ਦਾ ਜਿਹੜਾ ਬਾਈ ਰੋਡ ਲਿਜਾਣ ਦਾ ਫੈਸਲਾ ਕੀਤਾ ਗਿਆ। ਸਭ ਤੋਂ ਪਹਿਲਾਂ ਤਾਂ ਇਹ ਫੈਸਲਾ ਹੀ ਗਲਤ ਸੀ। ਮੈਂ ਇਹ ਕਹਿੰਦਾ ਕਿ ਬਹੁਤ ਵਾਰੀ ਹੋ ਚੁੱਕਿਆ ਹੈ ਕਿ ਕਿਸੇ ਵੀ ਲੀਡਰ ਨੇ, ਪ੍ਰਧਾਨ ਮੰਤਰੀ ਨੇ ਜਾਂ ਹੋਰ ਕਿਸੇ ਮੰਤਰੀ ਨੇ ਕਿਸੇ ਜਗ੍ਹਾ ਤੇ ਜਾਣਾ ਹੋਵੇ, ਉਹ ਕਿਹਾ ਜਾਂਦਾ ਕਿ ਮੌਸਮ ਖਰਾਬ ਹੋਣ ਦੀ ਵਜ੍ਹਾ ਕਰਕੇ ਉਹ ਨਹੀਂ ਪਹੁੰਚ ਸਕੇ। ਜੇ ਇਹ ਕਿਹਾ ਜਾਂਦਾ ਤੇ ਕਿਸੇ ਨੂੰ ਕੋਈ ਇਤਰਾਜ਼ ਨਾ ਹੁੰਦਾ, ਨਾ ਕੋਈ ਸਿਕਿਉਰਿਟੀ ਲੈਪ ਸਾਹਮਣੇ ਆਉਂਦਾ। ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਮੋਦੀ ਸਾਹਿਬ ਦੀ ਕੀ ਐਡੀ ਮਜਬੂਰੀ ਸੀ ਕਿ ਉਹਨਾਂ ਨੇ ਉਸ ਦਿਨ ਫਿਰੋਜ਼ਪੁਰ ਜਾਣਾ ਹੀ ਜਾਣਾ ਸੀ, ਜਦੋਂ ਮੌਸਮ ਖਰਾਬ ਸੀ, ਜਹਾਜ਼ ਨੂੰ ਨਹੀਂ ਲੈ ਕੇ ਜਾ ਸਕਦਾ ਸੀ। ਤੇ ਹਾਲਾਂਕਿ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਹੋਵੇ ਕਿ ਕੁਰਸੀਆਂ ਅੱਗੇ ਖਾਲੀ ਪਈਆਂ ਨੇ, ਸਿਰਫ 700 ਲੋਕ ਬੈਠੇ ਆ। ਫਿਰ ਦੂਜੇ ਪਾਸੇ ਜੇ ਇਹ ਸੋਚਿਆ ਜਾਵੇ ਕਿ ਉਹ ਸਿਰਫ 47,000 ਕਰੋੜ ਰੁਪਏ ਦੇ ਪ੍ਰੋਜੈਕਟ ਦੇਣ ਲਈ ਕਾਹਲੇ ਸਨ, ਤੇ ਫਿਰ ਉਹ ਪ੍ਰੋਜੈਕਟ ਤੇ ਉੱਥੋਂ ਵੀ ਅਨਾਉਂਸ ਕੀਤੇ ਜਾ ਸਕਦੇ ਸੀ। ਸਾਰੇ ਉੱਥੇ ਸਕਰੀਨ ਵੱਡੀ ਸਾਰੀ ਲੱਗੀ ਹੋਈ ਸੀ, ਮੀਡੀਆ ਸਾਰਾ ਨਾਲ ਹੁੰਦਾ, ਸੋਸ਼ਲ ਮੀਡੀਆ ਨਾਲ ਹੁੰਦਾ। ਉਹ ਹਵਾਈ ਅੱਡੇ ਤੇ ਹੀ ਇੱਕ ਕੈਮਰੇ ਅੱਗੇ ਖਲੋ ਕੇ ਇਹ ਕੌਮ ਨੂੰ ਸੰਬੋਧਨ ਕਰ ਸਕਦੇ ਸੀ, ਰਾਸ਼ਟਰ ਨੂੰ ਸੰਬੋਧਨ ਕਰ ਸਕਦੇ ਸੀ। ਜੋ ਉੱਥੇ ਕੁਰਸੀਆਂ ਨੂੰ ਨਹੀਂ ਸੀ ਸੰਬੋਧਨ ਕਰਨਾ ਚਾਹੁੰਦੇ, ਤੇ ਘਰੋਂ ਘਰੀ ਬੈਠੇ ਜਿਹੜੇ ਭਾਜਪਾ ਵਰਕਰ ਨੇ ਉਹਨਾਂ ਨੂੰ ਸੰਬੋਧਨ ਕਰ ਸਕਦੇ ਸੀ, ਪੰਜਾਬੀਆਂ ਨੂੰ ਸੰਬੋਧਨ ਕਰ ਸਕਦੇ ਸੀ। ਉਹ ਕਹਿ ਸਕਦੇ ਸੀ ਕਿ ਮੈਂ ਇੱਥੇ ਨਹੀਂ ਪਹੁੰਚ ਸਕਿਆ, ਮੇਰੀ ਬਦਕਿਸਮਤੀ ਹੈ, ਪਰ ਮੈਂ ਪੰਜਾਬ ਵਾਸਤੇ ਇਹ ਤੋਹਫੇ ਲੈ ਕੇ ਆਇਆ ਤੇ ਇਹ ਲੋ ਸਾਰੇ ਪ੍ਰੋਜੈਕਟ, ਮੈਂ ਇੱਥੋਂ ਹੀ ਵਰਚੁਅਲੀ ਇਹਨਾਂ ਦਾ ਉਦਘਾਟਨ ਕਰਦਾ। ਅਜਿਹਾ ਕਿਉਂ ਨਹੀਂ ਕੀਤਾ ਗਿਆ? ਕਿਉਂ ਉਹਨਾਂ ਨੂੰ ਬਾਈ ਰੋਡ ਲੈ ਕੇ ਜਾਇਆ ਗਿਆ, ਜਿੱਥੇ ਪਤਾ ਸੀ ਕਿ ਪੰਜਾਬ 'ਚ ਇਸ ਵੇਲੇ ਕਿਸੇ ਵੀ ਥਾਂ ਤੋਂ, ਕਿਸੇ ਵੀ ਸੜਕ ਰੋਕੀ ਜਾ ਸਕਦੀ ਹੈ। ਤੇ ਦੂਜੀ ਗੱਲ, ਪਹਿਲਾਂ ਜ਼ਿਕਰ ਕਰ ਚੁੱਕੇ ਆ ਕਾਂਗਰਸ ਦੇ ਬੁਲਾਰੇ ਵੀ, ਕਿ ਐਸਪੀਜੀ 48 ਘੰਟੇ ਪਹਿਲਾਂ ਉਹ ਇਲਾਕਾ ਟੇਕ ਓਵਰ ਕਰ ਲੈਂਦੀ ਹੈ ਜਿੱਥੋਂ ਪ੍ਰਧਾਨ ਮੰਤਰੀ ਨੇ ਲੰਘਣਾ ਹੁੰਦਾ ਹੈ। ਤੇ ਇਹ ਕੀ ਕਾਰਨ ਸੀ ਕਿ ਮੌਕੇ ਤੇ ਹੀ ਫੈਸਲਾ ਕੀਤਾ ਗਿਆ ਕਿ ਬਾਈ ਏਅਰ ਦੀ ਥਾਂ ਤੇ ਉਹਨਾਂ ਨੂੰ ਬਾਈ ਰੋਡ ਲਿਜਾਇਆ ਜਾਵੇ? ਇਹਦੇ 'ਚ ਤੁਹਾਨੂੰ ਕੋਈ ਸਾਜ਼ਿਸ਼ ਨਜ਼ਰ ਨਹੀਂ ਆਉਂਦੀ? ਮਤਲਬ ਤੁਹਾਨੂੰ ਲੱਗਦਾ ਕਿ ਬਦਨਾਮ ਕਰਨ ਦੀ ਇਹ ਹੋ ਸਕਦੀ ਹੈ ਚੀਜ਼ਾਂ? ਅੱਛਾ ਚੰਨੀ ਜੀ, ਇੱਕ ਚੀਜ਼ ਹੋ ਸਕਦੀ ਨਹੀਂ, ਹੋਇਆ ਹੀ ਜਾਂਦਾ। ਕਿਉਂਕਿ ਦੇਖੋ, ਪ੍ਰਧਾਨ ਮੰਤਰੀ ਜੀ ਆਪਣੇ ਮੂੰਹੋਂ ਕਹਿ ਗਏ, ਪ੍ਰਧਾਨ ਮੰਤਰੀ ਜੀ ਆਪਣੇ ਮੂੰਹੋਂ ਕਹਿ ਗਏ ਕਿ ਚੰਨੀ ਸਾਹਿਬ ਦਾ ਧੰਨਵਾਦ ਕਰਨਾ ਕਿ ਮੈਂ ਆਪਣੀ ਜਾਨ ਬਚਾ ਕੇ ਬਠਿੰਡੇ ਪਹੁੰਚ ਗਿਆ। ਬੜੀ ਹੈਰਾਨੀ ਵਾਲੀ ਗੱਲ ਹੈ, ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕਿੱਥੇ ਉਹਨਾਂ ਤੇ ਕੋਈ ਅਟੈਕ ਹੋਇਆ, ਕਿੱਥੇ ਕੋਈ ਗੋਲੀ ਚੱਲੀ, ਕਿੱਥੇ ਕੋਈ ਕਿਸੇ ਨੇ ਪੱਥਰ ਮਾਰੇ। ਹੱਦ ਹੋ ਗਈ ਯਾਰ। ਇੱਕ ਐਡੀ ਜ਼ਿੰਮੇਵਾਰੀ ਵਾਲੀ ਪੋਸਟ ਸਾਡੇ ਪ੍ਰਧਾਨ ਮੰਤਰੀ ਨੇ, ਦੇਸ਼ ਦੇ ਪ੍ਰਧਾਨ ਸੇਵਕ ਨੇ, ਤੇ ਉਹ ਇੰਨੀ ਗੱਲ ਕਹਿ ਕੇ ਜਾ ਰਹੇ ਆ, ਉਹ ਸਾਡੇ ਵਾਸਤੇ ਬੜੀ ਮਾੜੀ ਗੱਲ ਹੈ, ਸਾਡੇ ਪੰਜਾਬੀਆਂ ਵਾਸਤੇ ਬਹੁਤ ਮਾੜੀ ਗੱਲ ਹੈ। ਅੱਛਾ ਚੰਨੀ ਜੀ, ਤੁਸੀਂ ਪ੍ਰਸ਼ਾਸਨਿਕ ਅਧਿਕਾਰੀ ਵੀ ਰਹੇ ਹੋ, ਮਤਲਬ ਸਿਖਰ ਲਿਆ ਅਹੁਦਿਆਂ ਤੇ ਤੁਸੀਂ ਰਹੇ ਹੋ, ਤੁਸੀਂ ਵੀ ਇਸ ਤਰ੍ਹਾਂ ਦੀ ਜਿਹੜੇ ਵਿਵਸਥਾਵਾਂ ਹੁੰਦੀਆਂ ਨੇ ਇਹਦਾ ਹਿੱਸਾ ਰਹੇ ਹੋਵੋਗੇ ਕਦੇ ਨਾ ਕਦੇ, ਤੁਹਾਡੇ ਜਦੋਂ ਤੁਸੀਂ ਜੌਬ ਦੇ ਵਿੱਚ ਹੋਵੋਗੇ। ਔਰ ਜਿਸ ਲੈਵਲ ਦੇ ਉੱਤੇ ਜਿਹੜੀ ਸਟੇਟਮੈਂਟ ਦੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਹੀ ਉਹ ਚੀਜ਼ਾਂ ਇਸ ਤਰ੍ਹਾਂ ਕਰਕੇ, ਕਿਉਂਕਿ ਜਿਸ ਤਰ੍ਹਾਂ ਦੀਆਂ ਚੀਜ਼ਾਂ ਵੀਡੀਓਜ਼ ਵਾਇਰਲ ਹੋ ਰਹੀਆਂ, ਉਹਨਾਂ ਦੇ ਆਲੇ ਦੁਆਲੇ ਲੋਕ ਨੇ ਜਿਹੜੇ ਉਹ ਭਾਜਪਾ ਦੇ ਵਰਕਰ ਨੇ, ਮੈਨੂੰ ਲੱਗਦਾ ਕਿ ਝੰਡੇ ਉਹਨਾਂ ਨੇ ਲਏ ਹੋਏ ਨੇ ਭਾਜਪਾ ਦੇ, ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਨੇ, ਬਹੁਤ ਤਰ੍ਹਾਂ ਦੀ ਚੀਜ਼ਾਂ ਆਈਆਂ ਨੇ, ਪਰ ਵਿਰੋਧ ਦੀ ਨੇੜੇ ਤੇੜੇ ਦੀ ਕਿਤੇ ਨਹੀਂ ਕੋਈ ਵੀਡੀਓ ਬਹੁਤੀ ਦੇਖੀ ਗਈ ਕਿ ਲੋਕਾਂ ਦੇ ਵੱਲੋਂ ਕੋਈ ਇਸ ਤਰ੍ਹਾਂ ਦਾ ਕੋਈ ਤਿੱਖਾ ਵਿਰੋਧ ਹੋਵੇ, ਕੋਈ ਉਹਨਾਂ ਤੇ ਚੀਜ਼ ਸੁੱਟੀ ਗਈ ਹੋਵੇ ਜਾਂ ਗੱਡੀ ਦੇ ਨੇੜੇ ਤੇੜੇ ਆਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਦੇਖੋ ਗੱਲ ਇਹ ਹੈਗੀ ਹੈ, ਜਿਹੜਾ ਉਹਨਾਂ ਨੇ ਕਮੈਂਟ ਕੀਤਾ ਹੈਗਾ ਉਹ ਕੋਈ ਪੰਜਾਬ ਵਾਸਤੇ ਜਾਂ ਪੰਜਾਬੀਅਤ ਵਾਸਤੇ ਜਾਂ ਪੰਜਾਬੀਆਂ ਵਾਸਤੇ ਨਹੀਂ ਸੀਗਾ। ਉਹ ਕੇਵਲ ਤੇ ਕੇਵਲ ਇਸ ਵਾਸਤੇ ਸੀ ਕਿ ਉਹ ਹੀ ਹੈ ਲਿਟਰਲੀ ਫੇਲਡ ਇਨ ਹਿਸ ਡਿਊਟੀ ਟੂ ਇੰਸ਼ੋਰ ਜਿਹੜਾ ਪੈਸੇ ਸੀਗਾ ਉਹ ਪ੍ਰਾਈਮ ਮਿਨਿਸਟਰ ਪ੍ਰੋਵਾਈਡ ਕਰਦਾ। ਔਰ ਇਹਨਾਂ ਦੀ ਆਪਣੀ ਜਿਹੜੀ ਇੰਟੈਲੀਜੈਂਸ ਹੈਗੀ ਆ ਪੰਜਾਬ ਗਵਰਨਮੈਂਟ ਦੀ, ਜਿਹੜਾ ADGP ਸਿਕਿਉਰਿਟੀ ਹੈ, ਉਹਨਾਂ ਨੇ 3 ਮੈਮੋਜ਼ ਲਿਖੇ ਨੇ ਸਾਰੇ ਫੀਲਡ ਆਫਿਸਰ ਔਰ ਪੰਜਾਬ ਪੁਲਿਸ ਨੂੰ ਕਿ ਇੱਥੇ ਕਿਸਾਨ ਜਥੇਬੰਦੀਆਂ ਦਾ ਘਿਰਾਓ ਕਰ ਸਕਦੀਆਂ ਨੇ ਔਰ ਇੱਦਾਂ ਦਾ ਵੈਦਰ ਹੋ ਸਕਦਾ ਹੈਗਾ
ਔਰ ਅਲਟਰਨੇਟਿਵ ਰੂਟ ਚਾਹੇ ਉਹਨਾਂ ਨੇ ਬਾਈ 에ਅਰ ਵੀ ਜਾਣਾ ਹੋਵੇ, ਅਲਟਰਨੇਟਿਵ ਰੂਟ ਤਾਂ ਹੁੰਦਾ ਹੀ ਹੁੰਦਾ ਹੈ। ਔਰ ਉਸ ਰੂਟ ਤੇ ਇਵਨ ਹਾਊਸ ਵੀ ਆਈਡੈਂਟੀਫਾਈ ਹੁੰਦੇ ਆ ਵੀ ਜੇ ਕੋਈ ਗੱਲ ਹੋ ਜੇ ਤਾਂ ਪ੍ਰਾਈਮ ਮਿਨਿਸਟਰ ਨੂੰ ਇੱਕ ਹਾਊਸ ਦੇ ਵਿੱਚ ਕਿੱਦਾਂ ਲੈ ਕੇ ਜਾਣਾ। ਔਰ ਇਹਨਾਂ ਨੇ ਤੁਸੀਂ ਦੇਖੋ ਕਿੱਦਾਂ ਦੀ ਨਲਾਇਕੀ ਹੈਗੀ ਆ। ਔਰ ਜਿਹੜੀ ਕਲੀਅਰੈਂਸ ਹੈਗੀ ਹੈ ਉਹ ਡੀਜੀਪੀ ਨੇ ਦਿੱਤੀ ਹੈਗੀ ਹੈ ਕਿ ਦੀ ਰੋਡ ਇਜ਼ ਆਲ ਕਲੀਅਰ, ਯੂ ਗੋ। ਅਦਰਵਾਈਜ਼ ਤਾਂ ਉਹਨਾਂ ਨੇ ਜਾਣਾ ਹੀ ਨਹੀਂ ਸੀਗਾ। ਉਹ ਜੇ ਉਹ ਕਹਿੰਦੇ ਜੀ ਵੀ ਕਾਂਟ ਪ੍ਰੋਵਾਈਡ ਯੂ ਦੀ ਕਲੀਅਰ ਪੈਸੇਜ ਐਂਡ ਵੀ ਕਾਂਟ ਸਿਕਿਉਰ ਯੂ, ਤੇ ਉਹਨਾਂ ਨੇ ਉਹਦੇ ਪ੍ਰੈਜ਼ੀਡੈਂਟ ਤੋਂ ਮੋੜ ਕਰਨਾ ਸੀ। ਇਹ ਉਹਦਾ ਜਿਸ ਤਰ੍ਹਾਂ ਹਰੀਸ਼ ਜੀ ਵੀ ਦੱਸ ਰਹੇ ਨੇ ਕਿ ਸਾਰੀਆਂ ਏਜੰਸੀਜ਼, ਚਾਹੇ ਐਸਪੀਜੀ ਹੈ, ਚਾਹੇ ਆਈਬੀ ਹੈ, ਚਾਹੇ ਸਟੇਟ ਦੀ ਪੁਲਿਸ ਹੈ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ, ਸਾਰਿਆਂ ਨੇ ਕੋਆਰਡੀਨੇਟ ਕਰਕੇ ਪ੍ਰਾਈਮ ਮਿਨਿਸਟਰ ਦੀ ਵਿਜ਼ਿਟ ਨੂੰ ਇਨਸ਼ੋਰ ਕਰਨਾ ਹੁੰਦਾ ਕਿ ਸਮੂਥਲੀ ਕੰਡਕਟ ਹੋ ਜਾਵੇ। ਔਰ ਸਾਡੀ ਇਹਨਾਂ ਦੀ ਇੰਨੀ ਨਲਾਇਕੀ ਹੈ ਕਿ ਇੰਨੀ ਅਸੀਂ ਮਤਲਬ ਗਲੋਬਲੀ ਇੰਨੇ ਅਸੀਂ ਬਦਨਾਮ ਹੋ ਗਏ ਕਿ ਪੰਜਾਬ ਦੀ ਸਰਕਾਰ ਹੁਣ ਤਾਂ ਸੋਨੀਆ ਗਾਂਧੀ ਨੇ ਵੀ ਕਿਹਾ ਕਿ ਰਿਸਪੌਂਸਿਬਿਲਿਟੀ ਨੀਡਸ ਟੂ ਬੀ ਦੇਅਰ ਕਹਿ ਵੀ ਫਿਕਸ ਹੋਣੀ ਚਾਹੀਦੀ ਹੈ। ਨੀਸ਼ ਤਿਵਾੜੀ ਜੀ ਨੇ ਕਿਹਾ ਕਿ ਸਿਟਿੰਗ ਜੱਜ ਆਫ ਦੀ ਹਾਈ ਕੋਰਟ ਉਹਨੂੰ ਕੰਡਕਟ ਕਰਨੀ ਚਾਹੀਦੀ ਹੈ। ਸੁਨੀਲ ਜਾਖੜ ਜੀ ਨੇ ਕਿਹਾ ਕਿ ਦਿਸ ਇਜ਼ ਨਾਟ ਹਾਊ ਦੀ ਡੈਮੋਕ੍ਰੇਸੀ ਵਰਕ। ਔਰ ਰਾਣਾ ਗੁਰਜੀਤ ਨੇ ਕਿਹਾ ਕਿ ਹੋਮ ਮਿਨਿਸਟਰ ਔਰ ਡੀਜੀਪੀ ਦੀ ਜਿਹੜੀ ਹੈਗੀ ਹੈ ਜ਼ਿੰਮੇਵਾਰੀ ਬਣਦੀ ਹੈ। ਉਹ ਇਹ ਕਿ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਔਰ ਇਹਨੂੰ ਰੈਲੀ ਨਾਲ ਨਹੀਂ ਜੋੜ ਸਕਦੇ, ਵਰਚੁਅਲ ਚੀਜ਼ਾਂ ਨਾਲ ਨਹੀਂ ਜੋੜੀਆਂ ਜਾ ਸਕਦੀਆਂ। ਜਿਹੜੀ ਸਾਡੀ ਡਿਊਟੀ ਅਸੀਂ ਆਪਣੀ ਡਿਊਟੀ ਦੀ ਗੱਲ ਕਰੀਏ ਉਸ ਇਸ਼ੂ ਤੇ ਕਨਫਾਈਨ ਕਰੀਏ ਵੀ ਕਿਉਂ। ਅੱਛਾ ਚੰਨੀ ਜੀ ਠੀਕ ਹੈ। ਚੰਨੀ ਜੀ ਇੱਕ ਪੱਖ ਹੋਰ ਹੈ ਤੁਹਾਡਾ, ਬਸ ਇੱਕ ਤੁਹਾਡੇ ਤੋਂ ਲਾਸਟ ਇੱਕ ਚੀਜ਼ ਪੁੱਛਣੀ ਹੈ। ਇੱਕ ਤਾਂ ਤੁਸੀਂ ਰੈਲੀ 'ਚ ਜਾ ਕੇ ਆਏ ਹੋ, ਲੋਕ ਬਹੁਤ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਰਹੀਆਂ ਨੇ, ਵਿਰੋਧੀ ਵੀ ਕਹਿ ਰਹੇ ਨੇ ਕਿ ਕੁਰਸੀਆਂ ਉੱਥੇ ਕਹਿੰਦੇ 7000 ਲਾਈਆਂ ਸੀ, ਬੰਦਾ 700। ਤੁਸੀਂ ਦੇਖਿਆ ਐਗਜ਼ੈਕਟ ਕਿੰਨਾ ਉੱਥੇ ਭੀੜ ਵਗੈਰਾ ਸੀਗੀ ਜਾਂ ਫਿਰ ਕੈਮਰੇ ਦੇ ਐਂਗਲ ਇਦਾਂ ਦੇ ਬਣਾ ਲੈ ਕੇ ਦਿਖਾਇਆ ਜਾਵੇ ਖਾਲੀ ਸੀ? ਬਿਲਕੁਲ ਕੈਮਰੇ ਦੇ ਐਂਗਲ ਇਹ ਬਣਾ ਲਏ ਗਏ। ਉੱਥੇ ਘੱਟੋ ਘੱਟ 10,000 ਬੰਦਾ ਸੀਗਾ ਜਿਹੜਾ ਕਿ ਉੱਥੇ ਜਿਹੜੀਆਂ ਦੂਜੀਆਂ ਵੀ ਤੁਸੀਂ ਦੇਖ ਲਓ ਸਾਰੇ ਤਰ੍ਹਾਂ ਦੇ ਦੇਖੋ, ਫਿਰ ਇੱਕ ਕਿਰਾਇਆ ਬਣਾਓ ਉਹਦੇ ਵਿੱਚ ਉੱਥੇ ਬੰਦੇ ਸੀਗੇ। ਪਰ ਮੈਂ ਕਹਿੰਦਾ ਤੁਸੀਂ ਬੰਦਿਆਂ ਨੂੰ ਭੁੱਲ ਜਾਓ, ਉਹਦੇ ਵਿੱਚ ਵੀ ਜੋ ਬਦਮਾਸ਼ੀ ਪੰਜਾਬ ਸਰਕਾਰ ਨੇ ਕੀਤੀ ਹੈ ਕਿ ਰਾਤ ਨੂੰ 2 ਵਜੇ ਇਹਨਾਂ ਨੇ ਕਿਹਾ ਕਿ ਕੋਈ ਤੁਹਾਨੂੰ ਡਿੱਕਾ ਨਹੀਂ ਹੋਏਗਾ। ਸਵੇਰੇ ਜਦੋਂ ਬੱਸ ਚੱਲੇ 10-10:30 ਵਜੇ ਉਦੋਂ ਥਾਂ 32 ਥਾਵਾਂ ਤੇ ਉਹਨਾਂ ਨੇ ਜਿਹੜਾ ਘਰਾਓ ਕੀਤਾ ਬੱਸਾਂ ਦੇ ਸ਼ੀਸ਼ੇ ਤੋੜੇ, ਜਿਸ ਤਰ੍ਹਾਂ ਮੈਂ ਕਿਹਾ ਤੇ ਵਰਕਰ ਨੂੰ ਇੰਜਨ ਕੀਤਾ। ਠੀਕ ਹੈ ਅੱਛਾ ਟਾਂਡਾ ਜੀ, ਤੁਸੀਂ ਵੀ ਕਹਿੰਦੇ ਹੋ ਪੰਜਾਬ ਸਰਕਾਰ ਦਾ ਫੇਲੀਅਰ ਹੈ ਔਰ ਕਾਂਗਰਸ ਖੁਦ ਇਸ ਮੁੱਦੇ ਦੇ ਉੱਤੇ 2 ਹਿੱਸਿਆਂ ਦੇ ਵਿੱਚ ਵੰਡੀ ਨਜ਼ਰ ਆਉਂਦੀ ਹੈ। ਨਵਜੋਤ ਸਿੰਘ ਸਿੱਧੂ ਕੁਛ ਕਹਿੰਦੇ ਨੇ, ਮਨੀਸ਼ ਤਿਵਾੜੀ ਨੇ ਵੀ ਘੇਰੀ ਹੈ ਸਰਕਾਰ, ਆਪਣੀ ਜਾਖੜ ਹੋਰਾਂ ਨੇ ਵੀ ਘੇਰੀ ਹੈ, ਔਰ ਜਿਵੇਂ ਤੁਸੀਂ ਰਾਣਾ ਗੁਰਜੀਤ ਜੀ ਹੋਰਾਂ ਦਾ ਜ਼ਿਕਰ ਕੀਤਾ, ਤਮਾਮ ਕਹਿ ਰਹੇ ਨੇ। ਔਰ ਜਿਸ ਹਿਸਾਬ ਦੇ ਨਾਲ ਹੋਇਆ ਕਹਿੰਦੇ ਬਹੁਤ ਵੱਡਾ ਬਲੰਡਰ ਸੀਗਾ ਜੇ ਆਪਾਂ ਉਹ ਦੂਜੇ ਪੱਖ ਨੂੰ ਇੱਕ ਪਾਸੇ ਰੱਖ ਦਈਏ ਕਿ ਰੈਲੀ ਦੇ ਵਿੱਚ ਭੀੜ ਘੱਟ ਸੀ ਜਾਂ ਜੋ ਵੀ ਹੈ। ਕੋਈ ਸੈਂਸੀਬਲ ਮੈਨ ਇਹਨੂੰ ਡਿਫੈਂਡ ਨਹੀਂ ਕਰੂਗਾ ਕਹਿ ਕੇ ਜਿੱਦਾਂ ਬੁਲਾਰੇ ਇਹਨਾਂ ਦੇ ਸਾਰੇ ਜਗ੍ਹਾ ਤੇ ਬੋਲ ਪਰ ਚਰਨਜੀਤ ਸਿੰਘ ਚੰਨੀ ਕਹਿੰਦੇ ਮੈਂ ਪੰਜਾਬੀਆਂ ਨੂੰ ਬਦਨਾਮ ਨਹੀਂ ਹੋਣ ਦੇਣਾ। ਉਹ ਕਹਿੰਦੇ ਮੈਂ ਕਿਵੇਂ ਆਪਣੇ ਬੰਦਿਆਂ ਦੇ ਉੱਤੇ ਲਾਠੀ ਚਲਾ ਦਾਂ। ਨਹੀਂ ਦੇਖੋ, ਮੈਂ ਐਗਰੀ ਕਰਦਾ ਜਿੱਥੇ ਚੰਨੀ ਸਾਹਿਬ ਨੇ ਗੱਲ ਕਹੀ ਹੈ। ਪੰਜਾਬ ਗਵਰਨਮੈਂਟ ਨੂੰ ਰਿਫਿਊਜ਼ ਕਰ ਦੇਣਾ ਚਾਹੀਦਾ ਸੀ ਕਿ ਅਸੀਂ ਸੇਫ ਪੈਸੇਜ ਤੁਹਾਡਾ ਨਹੀਂ ਦੇ ਸਕਦੇ। ਨੈਚੁਰਲੀ ਆਪਣੇ ਆਪ ਕੈਂਸਲ ਹੋ ਜਾਂਦਾ ਪ੍ਰੋਗਰਾਮ। ਉਹਨੂੰ ਜਿਹੜੇ ਹੈਲੀਕਾਪਟਰ ਦੀਆਂ ਗੱਲਾਂ ਕਰਦੇ ਆ ਮੈਂ ਤਾਂ ਕਮੈਂਟ ਨਹੀਂ ਕਰ ਸਕਦਾ, ਬਿਕੋਜ਼ ਉਹ ਤਾਂ ਫਲਾਈਂਗ ਵਰਦੀਨੈਸ ਏਅਰਪੋਰਟ ਅਥਾਰਟੀਜ਼ ਨੇ ਦੇਣੀ ਹੈ ਕਿ ਹੋ ਸਕਦਾ ਕਿ ਨਹੀਂ ਹੋ ਸਕਦਾ। ਐਂਡ ਜਿੱਥੇ ਪ੍ਰਾਈਮ ਮਿਨਿਸਟਰ ਜਾਂ ਹੋਰ ਇਹੋ ਜਿਹੇ ਬੰਦੇ ਜਾਣ ਉੱਥੇ ਬਹੁਤ ਜ਼ਿਆਦਾ ਪ੍ਰੀਕਾਸ਼ਨਸ ਰੱਖੇ ਜਾਂਦੇ ਆ ਤੇ ਰੱਖਣੇ ਵੀ ਚਾਹੀਦੇ। ਐਂਡ ਸਿਕਿਉਰਿਟੀ ਲੈਬਸ 100% ਇਹਦੇ 'ਚ ਕੋਈ ਡਾਊਟ ਨਹੀਂ। ਐਂਡ ਠੀਕ ਹੈ, ਮੈਂ ਐਗਰੀ ਕਰਦਾ ਕਿ ਗਵਰਨਮੈਂਟ ਨੇ ਸੋਚ ਲਿਆ ਕਿ ਅਸੀਂ ਫੋਰਸ ਨਹੀਂ ਯੂਜ਼ ਕਰ ਸਕਦੇ, ਫਾਈਨ। ਪਰ ਬਹੁਤ ਪਹਿਲਾਂ ਇਹਨਾਂ ਨੂੰ ਇੰਟੈਲੀਜੈਂਸ ਇਨਪੁਟਸ ਚਾਹੀਦੇ ਸੀ ਕਿ ਕੰਮ ਹੋ ਸਕਦਾ ਹੈ। ਕਲੀਨ ਕਰਨਾ ਚਾਹੀਦਾ ਸੀ ਏਰੀਆ ਗਾਰਡਡ ਕਰਨਾ ਚਾਹੀਦਾ ਸੀ, ਇਹ ਐਪਰੀਹੈਂਸ਼ਨ ਕਰਨੀ ਚਾਹੀਦੀ ਸੀ। ਇਹ ਕਹਿਣਾ ਕਿ ਐਨਐਸਜੀ ਵਾਲੇ ਇਕੱਲਾ ਕਰਦੇ ਆ, ਇਹ ਗਲਤ ਗੱਲ ਹੈ। ਇਹ ਜਿਹੜੇ ਸਾਰੀ ਦੀ ਸਾਰੀ ਜਿਹੜੀ ਹੁੰਦੀ ਹੈ ਇਹ ਸਟੇਟ ਮਸ਼ੀਨਰੀ ਵੀ ਕੰਮ ਆਉਂਦੀ ਹੈ, ਠੀਕ ਹੈ, ਉਹ ਕੋਆਰਡੀਨੇਟ ਕਰਦੇ ਆ, ਦੈਟਸ ਆਲ, ਹੋਰ ਕੁਝ ਨਹੀਂ ਹੁੰਦਾ। ਠੀਕ ਹੈ, ਬਿਲਕੁਲ। ਅੱਛਾ ਗੌਰਵ ਜੀ, ਤੁਸੀਂ ਤਾਂ ਚਲੋ ਆਪਣੀ ਸਰਕਾਰ ਦਾ ਪੱਖ ਰੱਖਣਾ, ਪਰ ਜਿਸ ਤਰ੍ਹਾਂ ਦੇ ਨਾਲ ਚੀਜ਼ਾਂ ਆ ਰਹੀਆਂ ਨੇ ਕਹਿੰਦੇ ਕਾਰਵਾਈ ਵੀ ਹੋ ਸਕਦੀ ਹੈ, ਗਾਜ ਡਿੱਗ ਸਕਦੀ ਹੈ ਕਿਸੇ ਪੋਲੀਟੀਸ਼ੀਅਨ ਦੇ ਉੱਤੇ ਵੀ ਜਾਂ ਕਿਸੇ ਵੱਡੇ ਪੁਲਿਸ ਅਧਿਕਾਰੀ ਦੇ ਉੱਤੇ ਵੀ। ਦੇਖੋ ਉਹ ਤਾਂ ਸਾਡੇ ਹੋਮ ਮਿਨਿਸਟਰ ਸਾਹਿਬ ਨੇ ਕਹਿ ਦਿੱਤਾ ਵੀ ਅਸੀਂ ਇਹਦੀ ਇਨਕੁਆਇਰੀ ਬਿਠਾਤੀ ਹੈ, ਕਲੀਅਰਲੀ ਕਿਹਾ ਹੈ ਸਾਡੇ ਡਿਪਟੀ ਸੀਐਮ ਰੰਧਾਵਾ ਸਾਹਿਬ ਨੇ ਵੀ ਜੇ ਲੈਪਸ ਹੋਏ ਨੇ। ਪਰ ਇੱਕ ਚੀਜ਼ ਹੁਣੇ ਸਾਡੇ ਸੱਜਣ ਨੇ ਕਹੀ ਸੀ ਵੀ 10 ਕਿਲੋਮੀਟਰ ਤੋਂ ਫਾਇਰਿੰਗ ਰੇਂਜ 'ਚ ਸੀਗਾ ਇਹਨਾਂ ਦਾ ਕਾਫਲਾ ਪਾਕਿਸਤਾਨ ਤੋਂ।
ਉਹਦੇ ਵਿੱਚ ਹੁਣ ਇੱਕ ਗੱਲ ਹੋਰ ਆਉਂਦੀ ਹੈ ਵੀ 50 ਮਨੀਸ਼ ਕਿਲੋ ਤਿਵਾੜੀ ਹੋਰਾਂ ਨੇ ਕਿਹਾ, ਮਨੀਸ਼ ਤਿਵਾੜੀ ਹੋਰਾਂ ਨੇ ਤੁਹਾਡੇ ਮੈਂ ਜਿਹੜੀ ਗੱਲ ਕਰਦਾ ਉਹਦੇ ਚ BSF 50 ਕਿਲੋਮੀਟਰ ਚ ਤੇ ਇਹਨਾਂ ਨੇ BSF ਨੂੰ ਕੰਟਰੋਲ ਦੇ ਦਿੱਤਾ, ਉਹਦਾ ਨਾਂ ਹੀ ਨਹੀਂ ਕੋਈ ਲਿਆ। ਫਿਰ ਤਾਂ ਪੰਜਾਬ ਪੁਲਿਸ ਦਾ ਬਿਲਕੁਲ ਹੀ ਰੋਲ ਨਹੀਂ ਬਣਦਾ, ਬਦਨਾਮ ਕਰ ਹੀ ਨਹੀਂ ਸਕਦੇ ਆਪਾਂ, ਜਿਹੜਾ ਕਿ ਆਪਾਂ ਵਾਰ ਪੰਜਾਬ ਪੁਲਿਸ ਨੂੰ ਵਿੱਚ ਲਈ ਆਉਂਦੇ ਆ ਜਦੋਂ ਇਹਨਾਂ ਨੇ 50 ਕਿਲੋਮੀਟਰ ਦਾ ਏਰੀਆ ਬਾਰਡਰ ਰੇਂਜ ਦਾ ਬਣਦੀ ਹੈ, ਸਟੇਟ ਮਸ਼ੀਨਰੀ ਦੀ ਵੀ ਪੂਰੀ ਜ਼ਿੰਮੇਵਾਰੀ ਬਣਦੀ ਹੈ। ਠੀਕ ਹੈ, ਕਰ ਲਓ, ਕੰਪਲੀਟ ਕਰ ਲਓ। ਹਾਂਜੀ, ਮੈਂ ਉਹੀ ਗੱਲ ਕਹਿ ਰਿਹਾ, ਇਹ ਤਾਂ ਸਰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੈਲੀ ਫਲॉप ਸੀ, ਚਲੋ ਇਹਨਾਂ ਨੇ ਸੋਚਿਆ ਕਿ ਸਾਰੇ ਮੀਡੀਆ ਦਾ ਤੇ ਲੋਕਾਂ ਦਾ ਧਿਆਨ ਡਾਈਵਰਟ ਕਰਨ ਲਈ ਕਿਸ ਤਰ੍ਹਾਂ ਦੀ ਨੌਟੰਕੀ ਕੀਤੀ ਜਾਏ, ਉਹ ਨੌਟੰਕੀ ਹੋਈ। ਠੀਕ ਹੈ, ਠੀਕ ਹੈ ਨਾ, ਠੀਕ ਹੈ। ਅਰਵਿੰਦਰ ਜੀ ਤੁਸੀਂ ਹਾਂਜੀ ਹਾਂਜੀ, ਚਲੋ ਚੰਨੀ ਜੀ ਰੱਖੋ, ਮੈਂ ਅਰਵਿੰਦਰ ਜੀ ਤੁਹਾਡੇ ਕੋਲ ਆਉਣਾ, ਪਲੀਜ਼ ਵੇਟ ਕਰਿਓ। ਹਾਂਜੀ ਜੀ, ਮੈਂ ਗੌਰਵ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਇਹ ਗੱਲਾਂ ਨਾ ਤੁਸੀਂ ਮਨੀਸ਼ ਤਿਵਾੜੀ ਤੋਂ ਸਿਆਣਾ ਕੋਈ ਬੰਦਾ ਨਹੀਂ ਹੈਗਾ, ਉਹ ਮਿਨਿਸਟਰ ਵੀ ਰਹੇ ਨੇ, ਮੈਂਬਰ ਪਾਰਲੀਮੈਂਟ ਵੀ ਹੈਗੇ ਨੇ ਔਰ ਪਹਿਲਾਂ ਵੀ ਸੀਗੇ, ਉਹਨਾਂ ਨੂੰ ਸਮਝਾਓ ਇਹ ਗੱਲ, ਸੋਨੀਆ ਗਾਂਧੀ ਜੀ ਨੂੰ ਸਮਝਾਓ ਇਹ ਗੱਲ, ਰਾਣਾ ਗੁਰਜੀਤ ਨੂੰ ਸਮਝਾਓ ਇਹ ਗੱਲ, ਸੁਨੀਲ ਜਾਖੜ ਜੀ ਨੂੰ ਸਮਝਾਓ ਇਹ ਗੱਲ, ਤੁਹਾਡੇ ਪਰਮਿੰਦਰ ਪਿੰਕੀ MLA ਨੂੰ ਸਮਝਾਓ, ਇਹ ਸਾਰੀ ਜਨਤਾ ਨੂੰ ਸਮਝਾਓ ਵੀ ਇਹ ਕੀ ਹੈ। ਠੀਕ ਹੈ, ਠੀਕ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਨੇ। ਰਵਿੰਦਰ ਜੀ ਤੁਹਾਡੇ ਤੋਂ ਇੱਕ ਲਾਸਟ ਕਮੈਂਟ ਲਵਾਂਗੇ, ਤੁਸੀਂ ਸੁਣ ਲਿਆ ਗੱਲਾਂ, ਚਲੋ ਉਹ BSF ਵਾਲਾ ਵੀ ਪੱਖ ਨਾਲ ਜੋੜ ਰਹੇ ਨੇ, ਕਾਂਗਰਸ ਵਾਲੇ ਸਾਥੀ ਕਹਿੰਦੇ 50 ਕਿਲੋਮੀਟਰ ਦਾ ਏਰੀਆ ਦਾ BSF ਕੋਲ ਹੈ। ਜੀ, ਸਭ ਤੋਂ ਪਹਿਲਾਂ ਤਾਂ ਮੈਂ ਚੰਨੀ ਸਾਹਿਬ ਨੂੰ ਬੇਨਤੀ ਕਰਾਂਗਾ, ਚੰਨੀ ਸਾਹਿਬ ਤੁਸੀਂ ਇੰਨੇ ਸੀਨੀਅਰ ਅਧਿਕਾਰੀ ਰਹੇ ਹੋ, ਕਿਉਂ ਤੁਸੀਂ ਭਾਜਪਾ ਦੀਆਂ ਉਹ ਛੋਟੀਆਂ-ਛੋਟੀਆਂ ਗੱਲਾਂ ਚ ਆ ਰਹੇ ਹੋ? ਕਿਉਂ ਤੁਸੀਂ ਨਹੀਂ ਮੰਨ ਰਹੇ ਕਿ ਇਹ ਸਿਰਫ ਪੰਜਾਬ ਸਰਕਾਰ ਦੀ ਗਲਤੀ ਨਹੀਂ, ਉਹ ਤੇ ਕੇਂਦਰੀ ਏਜੰਸੀਆਂ ਦੀ ਵੀ ਗਲਤੀ ਹੈ? ਇਹ ਗੱਲ ਤੁਹਾਨੂੰ ਮੰਨਣੀ ਪਏਗੀ ਤੇ ਮੰਨਣੀ ਚਾਹੀਦੀ ਵੀ ਹੈ। ਦੂਜੀ ਗੱਲ, ਜਦੋਂ ਕੈਪਟਨ ਅਮਰਿੰਦਰ ਸਿੰਘ, ਬਾਕੀ ਸਾਰੇ ਆਪਣੇ ਆਪਣੇ ਬਿਆਨ ਦੇ ਰਹੇ, ਕੈਪਟਨ ਸਾਹਿਬ ਇੱਕੋ ਹੀ ਗੱਲ ਕਹਿੰਦੇ ਆ ਜੀ, ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ। ਤੇ ਦੂਜੇ ਪਾਸੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਵੀ ਜਾ ਕੇ ਰਾਸ਼ਟਰਪਤੀ ਨੂੰ ਮਿਲ ਰਹੇ ਆ। ਕੀ ਸੰਕੇਤ ਮਿਲਦੇ ਇਹਦੇ? ਵਾਕਈ ਉਹ ਚਾਹੁੰਦੇ ਆ ਕਿ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ? ਕਿ ਪੰਜਾਬ 'ਚ ਇੰਨੀ ਅਸ਼ਾਂਤੀ ਹੈ ਕਿ ਪੰਜਾਬ 'ਚ ਮਤਲਬ ਠੀਕ ਹੈ, ਪੰਜਾਬ 'ਚ ਲੁੱਟਾਂ ਖੋਹਾਂ ਡਾਕੇ ਚੋਰੀ ਚੱਲਦੇ ਆ, ਲਾਅ ਐਂਡ ਆਰਡਰ ਬਹੁਤਾ ਵਧੀਆ ਨਹੀਂ, ਪਰ ਇੰਨਾ ਵੀ ਮਾੜਾ ਨਹੀਂ ਕਿ ਇੱਥੇ ਪੰਜਾਬ 'ਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਜਾਵੇ। ਉਹ ਉਦੋਂ ਕਿ ਜਦੋਂ 1.5 ਮਹੀਨੇ ਬਾਅਦ ਇਲੈਕਸ਼ਨਾਂ ਹੋਣ ਵਾਲੀਆਂ, ਸਾਰਿਆਂ ਨੂੰ ਪਤਾ ਹੈ ਕਿ ਇਲੈਕਸ਼ਨ ਹੋਣੀ ਹੈ, ਜਿਹੜੀ ਸਰਕਾਰ ਚੱਲ ਰਹੀ ਹੈ ਇਹ 2-4 ਦਿਨ ਦੀ ਪ੍ਰਾਹੁਣੀ ਹੈ, ਤੇ ਜਦੋਂ ਇਲੈਕਸ਼ਨ ਹੋ ਜਾਣੀ ਹੈ, ਨਵਾਂ ਪਾਰਟੀ ਨੇ ਰਾਜ ਕਰ ਲੈਣਾ, ਤੇ ਫਿਰ ਰਾਸ਼ਟਰਪਤੀ ਰਾਜ ਦੀ ਬੇਤੁਕੀ ਮੰਗ ਕਿਉਂ ਕੀਤੀ ਜਾ ਰਹੀ ਹੈ, ਮੈਨੂੰ ਇਹ ਨਹੀਂ ਸਮਝ ਲੱਗਦਾ। ਠੀਕ ਹੈ, ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਆਪਣਾ ਪੱਖ ਰੱਖਣ ਦੇ ਲਈ। ਚੰਨੀ ਜੀ ਤੁਹਾਡਾ ਵੀ ਧੰਨਵਾਦ, ਟਾਂਡਾ ਜੀ ਤੁਹਾਡਾ ਵੀ, ਅਰਵਿੰਦਰ ਜੀ ਔਰ ਗੌਰਵ ਸੰਧੂ ਤੁਹਾਡਾ ਵੀ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ, ਗੱਲਬਾਤ ਕਰਨ ਦੇ ਲਈ। ਤਾਂ ਲਗਾਤਾਰ ਜਿਸ ਤਰ੍ਹਾਂ ਦੇ ਚੀਜ਼ਾਂ ਬਣੀਆਂ ਨੇ, ਜਿਸ ਤਰ੍ਹਾਂ ਦੀ ਚੀਜ਼ਾਂ ਪ੍ਰੋਜੈਕਟ ਹੋਈਆਂ ਨੇ, ਤਮਾਮ ਤਰ੍ਹਾਂ ਦੇ ਪੱਖਾਂ ਉੱਤੇ ਗੱਲਬਾਤ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੋ ਪੰਜਾਬ ਫੇਰੀ ਸੀ ਉਹ ਸਵਾਲਾਂ ਦੇ ਵਿੱਚ ਹੈ, ਚਰਚਾ ਦੇ ਵਿੱਚ ਹੈ। ਆਸ ਉਮੀਦ ਕਰਦੇ ਤੁਹਾਨੂੰ ਸਾਡੀ ਇਹ ਪੇਸ਼ਕਸ਼ ਪਸੰਦ ਆਈ ਹੋਵੇਗੀ। ਲਗਾਤਾਰ ਬਣੇ ਰਹੋ ਫਾਸਟ ਵੀ ਨਿਊਜ਼ ਦੇ ਨਾਲ। ਧੰਨਵਾਦ।